ਧੰਨ ਵਾਹਿਗੁਰੂ ਜੀ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੈ ਪਨਹੀ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੈ ਪਨਹੀ। ਰਹਾਉ ਆਰ ਨਹੀਂ ਜਿਹੇ ਤੋ ਪਾਉ, ਨਹੀਂ ਰਾਮੀ ਠਾਉ ਰੋਪਉ। ਲੋਗ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੀ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ। ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਦੀਵਾਨਾਂ ਵਿੱਚ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਵਿਚਾਰ ਆਪਾਂ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਇਹ ਯਤਨ ਕਰਦੇ ਹਾਂ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 659 ਉੱਤੇ ਰਾਗ ਸੋਰਠ ਦੇ ਵਿੱਚ ਇਹ ਮੁਬਾਰਕ ਸ਼ਬਦ ਦਰਜ ਹੈ, ਸੁਭਾਏਮਾਨ ਹੈ। ਔਰ ਇਸ ਰਾਗ ਦੇ ਵਿੱਚ ਜੋ ਕੁੱਲ 7 ਸ਼ਬਦ ਨੇ ਭਗਤ ਜੀ ਦੇ, ਉਸ ਵਿੱਚੋਂ ਇਹ 7ਵਾਂ ਔਰ ਇਸ ਰਾਗ ਦੇ ਵਿੱਚ ਦਰਜ ਅਖੀਰਲਾ ਸ਼ਬਦ ਹੈ। ਮਨੁੱਖ ਦੀ ਇੱਕ ਮਨੋਬਿਰਤੀ ਹੈ। ਦੂਸਰਾ ਮਨੁੱਖ ਜਿਹੜੀ ਚੀਜ਼ ਕਰਕੇ ਸਾਡੇ ਤੋਂ ਪਿੱਛੇ ਹੋਵੇ, ਜਾਂ ਜਿਸ ਨੂੰ ਅਸੀਂ ਮੰਨ ਰੱਖਿਆ ਹੋਵੇ ਕਿ ਇਹ ਚੀਜ਼ ਜਾਂ ਇਹ ਰੁਤਬਾ ਨੀਵਾਂ ਹੈ, ਜਿਵੇਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜ਼ਿਕਰ ਕੀਤਾ ਸੀ ਕਿ ਬਹੁਤ ਲੰਬੇ ਅਰਸੇ ਤੋਂ, ਬੜੇ ਲੰਮੇ ਸਮੇਂ ਤੋਂ ਸਭ ਤੋਂ ਪਹਿਲਾਂ ਇੱਕ ਬਿਰਤਾਂਤ, ਇੱਕ ਡਿਬੇਟ, ਇੱਕ ਥਾਟ ਸਿਰਜਿਆ ਗਿਆ। ਫਿਰ ਉਸ ਥਾਟ ਨੂੰ ਇੰਪਲੀਮੈਂਟ ਕੀਤਾ ਗਿਆ, ਕਿਉਂਕਿ ਕੋਈ ਵੀ ਚੀਜ਼, ਕੋਈ ਸਿਸਟਮ ਕ੍ਰੀਏਟ ਹੁੰਦਾ ਹੈ ਜਿਹੜਾ ਮਨੁੱਖਾਂ ਵੱਲੋਂ ਹੁੰਦਾ ਹੈ ਸੰਸਾਰ 'ਚ, ਉਹਦੇ ਪਿੱਛੇ ਕੋਈ ਨਾ ਕੋਈ ਵਿਚਾਰ, ਕੋਈ ਥਾਟ ਕੰਮ ਕਰਦਾ ਹੈ। ਅਤੇ ਜਦੋਂ ਉਹ ਥਾਟ ਕਿਸੇ ਦੇ ਦਿਮਾਗ ਵਿੱਚ ਆਉਂਦਾ ਹੈ ਤਾਂ ਉਹਦੇ ਲਈ ਇੱਕ ਬਿਰਤਾਂਤ ਘੜਨਾ ਪੈਂਦਾ ਹੈ, ਉਹਦੇ ਲਈ ਇੱਕ ਐਕਸਪਲੇਨੇਸ਼ਨ ਪੈਦਾ ਕਰਨੀ ਪੈਂਦੀ ਹੈ। ਉਹਨੂੰ ਫਿਰ ਲਿਖ ਕੇ, ਉਹਨੂੰ ਫਿਰ ਪ੍ਰਚਾਰ ਕੇ, ਫਿਰ ਅੱਗੇ ਤੋਂ ਅੱਗੇ ਉਹਨੂੰ ਸਥਾਪਿਤ ਕਰਨ ਲਈ, ਇੰਪਲੀਮੈਂਟ ਕਰਨ ਲਈ, ਲਾਗੂ ਕਰਨ ਲਈ ਕੁਝ ਸੰਸਥਾਵਾਂ ਘੜਨੀਆਂ ਪੈਂਦੀਆਂ ਨੇ। ਅਤੇ ਬੜਾ ਲੰਬਾ ਅਰਸਾ ਫਿਰ ਉਹ ਚੀਜ਼ ਜਿਉਂ-ਜਿਉਂ ਪ੍ਰੈਕਟਿਸ ਵਿੱਚੋਂ ਗੁਜ਼ਰਦੀ ਹੈ, ਉਹ ਇੱਕ ਸਿਸਟਮ ਕ੍ਰੀਏਟ ਕਰ ਦਿੰਦੀ ਹੈ। ਭੇਦ ਭਾਵ ਦੇ ਥਾਟ ਨੇ ਸਦੀਆਂ ਸਫ਼ਰ ਕੀਤਾ ਹੈ। ਇਸ ਨੇ ਨਸਲਵਾਦ ਦੇ ਨਾਂ ਦੇ ਉੱਤੇ ਮਨੁੱਖ ਨੂੰ ਲੜਨ ਲਈ ਤਿਆਰ ਕੀਤਾ ਹੈ।
ਇਸ ਨੇ ਅਮੀਰੀ ਗਰੀਬੀ ਦੇ ਨਾਂ ਦੇ ਉੱਤੇ ਮਨੁੱਖ ਨੂੰ ਵੱਡਾ ਤੇ ਛੋਟਾ ਸਮਝਣ ਦੀ ਬਿਰਤੀ ਪੈਦਾ ਕੀਤੀ ਹੈ। ਇਸ ਨੇ ਰੰਗ ਦੇ ਨਾਂ ਦੇ ਉੱਤੇ, ਭਾਸ਼ਾ ਦੇ ਨਾਂ ਦੇ ਉੱਤੇ, ਪਹਿਰਾਵੇ ਦੇ ਨਾਂ ਦੇ ਉੱਤੇ, ਬੋਲੀ ਦੇ ਨਾਂ ਦੇ ਉੱਤੇ, ਮਜ਼ਹਬ ਦੇ ਨਾਂ ਦੇ ਉੱਤੇ, ਬਿਰਾਦਰੀ ਜਾਤ ਦੇ ਨਾਂ ਦੇ ਉੱਤੇ ਕਿੰਨੇ ਆ, ਤੁਸੀਂ ਵੇਖੋ ਮਨੁੱਖ ਜਾਤੀ ਦੇ ਵਿੱਚ ਕਿੰਨੇ ਭੇਦ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ। ਔਰ ਇਹ ਭੇਦ ਜਿਹੜੇ ਹਨ ਕੇਵਲ ਇੰਨੀ ਇੱਥੋਂ ਤੱਕ ਗੱਲ ਰਹੇ ਕਿ ਫਲਾਨੀ ਇੱਕ ਨਸਲ ਹੈ ਜਾਂ ਫਲਾਨੀ ਇੱਕ ਨਸਲ ਹੈ, ਪਛਾਣ ਵਜੋਂ ਰਹਿੰਦੀ ਤੇ ਗੱਲ ਹੋਰ ਸੀ। ਪਰ ਇਸ ਨੇ ਸਟੈਪ ਬਾਈ ਸਟੈਪ ਦਰਜੇ ਪੋਜੀਸ਼ਨਾਂ ਲੈ ਲਈਆਂ। ਇਹ ਡਿਬੇਟ ਚੱਲ ਪਈ ਵੀ ਕਿਹੜੀ ਨਸਲ ਉੱਚੀ ਹੋਏਗੀ ਤੇ ਕਿਹੜੀ ਨਸਲ ਉਸ ਉੱਚੀ ਤੋਂ ਨੀਵੀਂ ਹੋਏਗੀ, ਬਰਾਦਰੀ ਕਿਹੜੀ ਉੱਚੀ ਮੰਨੀ ਜਾਏਗੀ ਤੇ ਕਿਹੜੀ ਨੀਵੀਂ ਮੰਨੀ ਜਾਏਗੀ। ਉਹ ਜਿਹੜੀਆਂ ਪੋਜੀਸ਼ਨਾਂ ਲੈ ਲਈਆਂ ਗਈਆਂ ਸਨ, ਸਦੀਆਂ ਤੱਕ ਉਹਨਾਂ ਦਾ ਘੋਲ ਚੱਲਦਾ ਰਿਹਾ। ਕੁਝ ਸੱਥਾ ਤੇ ਆਉਣ 'ਚ ਕਾਮਯਾਬ ਰਹੀਆਂ ਤੇ ਉੱਚੀਆਂ ਹੋ ਗਈਆਂ, ਜਿਨ੍ਹਾਂ ਦੇ ਹੱਥ ਤਾਕਤ ਨਾ ਆ ਸਕੀ ਉਹ ਨੀਵੀਆਂ ਗਰਦਾਨੀਆਂ ਗਈਆਂ, ਗੁਲਾਮ ਬਣਾਏ ਗਏ। ਉਹ ਗੁਲਾਮੀ ਸਮਾਜਿਕ ਤੌਰ 'ਤੇ ਵੀ ਉਹਨਾਂ ਦੇ ਪੱਲੇ ਪਾਈ, ਰਾਜਨੀਤਿਕ ਤੌਰ 'ਤੇ ਵੀ ਪਾਈ ਤੇ ਜ਼ਿਹਨੀ ਮਾਨਸਿਕ ਤੌਰ ਦੇ ਉੱਤੇ ਵੀ ਪਾਈ। ਇਹ ਗੁਲਾਮੀ ਨੇ ਕਈ ਤਰੀਕਿਆਂ ਦੇ ਨਾਲ ਆਪਣਾ ਆਪ ਪ੍ਰਗਟ ਕੀਤਾ, ਧਾਰਮਿਕ ਤੌਰ 'ਤੇ ਵੀ ਇਹਦੇ ਚਿੰਨ੍ਹ ਵਿਖਾਈ ਦਿੱਤੇ। ਖੈਰ ਇਹ ਬੜੀ ਲੰਬੀ ਕਹਾਣੀ ਹੈ, ਬਹੁਤ ਲੰਬਾ ਸਿਲਸਿਲਾ ਹੈ, ਜਿਸ ਦੀਆਂ ਅਸੀਂ ਇੱਕ ਕਰਕੇ ਪਰਤਾਂ ਖੋਲ੍ਹਣ ਲੱਗੀਏ ਬਹੁਤ ਵਕਤ ਲੱਗਦਾ ਇਹਨਾਂ ਗੱਲਾਂ ਦੇ ਉੱਤੇ। ਬੜੇ ਸੂਝਵਾਨ ਵਿਚਾਰਵਾਨਾਂ ਨੇ, ਵਿਦਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਇਹਨਾਂ ਚੀਜ਼ਾਂ ਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਵੀ ਇੱਕ ਉੱਚੀ ਸਮਝੀ ਜਾਣ ਵਾਲੀ ਧਿਰ ਬੜੀ ਘੱਟ ਗਿਣਤੀ 'ਚ ਹੁੰਦੀ ਹੈ ਤੇ ਜਿਹੜੀ ਗੁਲਾਮ ਬਣਾਈ ਗਈ ਧਿਰ ਹੈ ਉਹ ਬੜੀ ਬਹੁ ਗਿਣਤੀ 'ਚ ਹੁੰਦੀ ਹੈ। ਤੇ ਉਹਨਾਂ ਨੇ ਇਸ ਗੱਲ ਦਾ ਵੀ ਉਹਨਾਂ ਦੇ ਸਾਹਮਣੇ ਸਵਾਲ ਪੈਦਾ ਹੋਇਆ ਵੀ ਕੀ ਕਾਰਨ ਹੈ ਵੀ ਇੰਨੀ ਜ਼ਿਆਦਾ ਪਾਪੂਲੇਸ਼ਨ, ਜਿਸ ਨੂੰ ਨੀਚ ਕਿਹਾ ਜਾਂਦਾ ਹੈ, ਛੂਤ ਕਿਹਾ ਜਾਂਦਾ ਹੈ, ਨੀਵੇਂ ਕਿਹਾ ਜਾਂਦਾ ਹੈ, ਉਹ ਆਪਣੇ ਹੱਕ ਲੈਣ ਲਈ ਫਿਰ ਵੀ ਥੋੜ੍ਹੇ ਜਿਹੇ ਮੁੱਠੀ ਭਰ ਲੋਕਾਂ ਦੇ ਸਾਹਮਣੇ ਤਰਲੇ ਕਿਉਂ ਲੈਂਦੀ ਰਹਿੰਦੀ ਹੈ ਸਦੀਆਂ? ਕੀ ਉਹ ਤਾਕਤ ਉਹਨਾਂ ਦੇ ਕੋਲ ਜ਼ੋਰ ਘੱਟ ਹੈ? ਪਾਪੂਲੇਸ਼ਨ ਉਹਨਾਂ ਦੀ ਜ਼ਿਆਦਾ ਹੈ, ਉਹਨਾਂ 'ਚ ਵੀ ਪੜ੍ਹੇ ਲਿਖੇ ਲੋਕ ਨੇ, ਉਹਨਾਂ ਦੇ ਵਿੱਚ ਵੀ ਸਿਆਣੇ ਸੂਝਵਾਨ ਲੋਕ ਨੇ, ਉਹਨਾਂ 'ਚ ਵੀ ਚੰਗੇ ਲੀਡਰ ਨੇ, ਪਰ ਸਾਰੇ ਦਾ ਸਾਰਾ ਕੰਮ ਜਾ ਕੇ ਫੈਸਲਾ ਜਿਹੜਾ ਹੈ, ਡਿਸੀਜ਼ਨ ਮੇਕਰ ਜਿਹੜੇ ਨੇ, ਉਹ ਫਿਰ ਵੀ ਥੋੜ੍ਹੀ ਜਿਹੀ ਗਿਣਤੀ ਵਿੱਚੋਂ ਕਿਉਂ ਹੁੰਦੇ ਨੇ, ਜਿਨ੍ਹਾਂ ਦੇ ਕੋਲ ਆਲਰੇਡੀ ਪਹਿਲੋਂ ਸੱਤਾ ਹੈ ਤੇ ਜਿਹੜੇ ਪਹਿਲਾਂ ਆਪਣੇ ਆਪ ਨੂੰ ਉੱਚੇ ਘੋਸ਼ਿਤ ਕਰਕੇ ਬੈਠੇ ਹੋਏ ਨੇ, ਜਿਨ੍ਹਾਂ ਡਿਕਲੇਅਰ ਕੀਤਾ ਵੀ ਅਸੀਂ ਉੱਚੇ ਹਾਂ। ਤੇ ਜੇ ਇਹਦੀਆਂ ਪਰਤਾਂ ਉਹ ਖੋਲ੍ਹਣ ਲੱਗਦੇ ਨੇ ਤੇ ਉਹ ਕਹਿੰਦੇ ਨੇ ਸਦੀਆਂ ਦੀ ਗੁਲਾਮੀ, ਬੰਦੇ ਦਾ ਸਵਾਰਥ, ਬੰਦੇ ਦੇ ਲਾਲਚ ਉਸ ਨੂੰ ਉੱਠਣ ਨਹੀਂ ਦਿੰਦੇ। ਉਹ ਆਪਣੇ ਹਿੱਤਾਂ ਨੂੰ ਕਿਤੇ ਨਾ ਕਿਤੇ ਜਾ ਕੇ ਵਿਸਾਰ ਦਿੰਦਾ ਹੈ। ਉਹ ਬਾਹਰ ਦੀ ਗੁਲਾਮੀ ਦੇ ਖਿਲਾਫ ਤਾਂ ਰੌਲਾ ਪਾਉਂਦਾ, ਪਰ ਅੰਦਰੋਂ ਉਸ ਗੁਲਾਮੀ ਤੋਂ ਉੱਚਾ ਉੱਠਣ ਦੀ ਉਹ ਕੋਸ਼ਿਸ਼ ਨਹੀਂ ਕਰਦਾ ਤੇ ਉਹਨੂੰ ਕਿਤੇ ਨਾ ਕਿਤੇ ਉਹ ਪਿਆਰ ਕਰਦਾ। ਉਹ ਗੁਲਾਮੀ ਉਹਨੂੰ ਮਾਨਸਿਕ ਤੌਰ 'ਤੇ ਚੰਗੀ ਲੱਗਣ ਲੱਗ ਪਈ। ਇਹ ਕਾਰਨ ਹੈ। ਇੱਕ ਵਿਚਾਰਵਾਨ ਨੇ ਬੜੀ ਪਿਆਰੀ ਤਸ਼ਬੀਹ, ਉਦਾਹਰਣ, ਤੁਲਨਾ ਕੀਤੀ ਹੈ। ਉਹ ਕਹਿੰਦਾ ਹੈ ਹਾਥੀ ਵਿੱਚ ਕਿੰਨੀ ਤਾਕਤ ਹੁੰਦੀ ਹੈ। ਹਾਥੀ ਨੂੰ ਇੱਕ ਬਰੀਕ ਜਿਹੀ ਮਾੜੀ ਜਿਹੀ ਰੱਸੀ ਨਾਲ ਜਾਂ ਸੰਗਲ ਨਾਲ ਉਹਦੇ ਪੈਰ ਨੂੰ ਪਾ ਕੇ ਤੇ ਇੱਕ ਕਿੱਲੇ ਜਿਹੇ ਨਾਲ ਉਹ ਸੰਗਲ ਪਾ ਦਿੱਤਾ। ਵੇਖਣ ਵਾਲੇ ਨੇ ਆਖਿਆ ਬੰਨਣ ਵਾਲਾ ਕਿੱਡਾ ਮੂਰਖ ਹੈ, ਇਹਨੂੰ ਪਤਾ ਨਹੀਂ ਵੀ ਇਹ ਸੰਗਲੀ ਛੋਟੀ ਜਿਹੀ ਜਾਂ ਸੰਗਲ ਛੋਟਾ ਜਿਹਾ ਕਿੱਲਾ ਜਿਹਦੇ ਨਾਲ ਉਹਨੂੰ ਕੁੰਡੇ ਨਾਲ ਬੰਨਿਆ। ਹਾਥੀ ਅੱਗੇ ਕੀ ਚੀਜ਼ ਹੈ? ਵੱਡੇ ਵੱਡੇ ਭਾਰੀ ਭਰਕਮ ਲੱਕੜਾਂ ਚੁੱਕ ਲੈਂਦਾ ਆਪਣੀ ਸੁੰਡ ਨਾਲ, ਤੇ ਜੇ ਆਪਣੇ ਸਾਰੇ ਸਰੀਰ ਦਾ ਜ਼ੋਰ ਮਾਰੇ ਤੇ ਆਹ ਸੰਗਲੀ ਛੋਟੀ ਜਿਹੀ ਇਹਦੇ ਸਾਹਮਣੇ ਕੀ ਹੈ। ਇੱਕ ਹੋਰ ਉਦਾਹਰਣ ਉਹਨੂੰ ਦਿੱਤੀ, ਕਹਿਣ ਲੱਗਿਆ ਵੀ ਮਾੜਾ ਜਿਹਾ ਬੰਦਾ, ਕਮਜ਼ੋਰ ਜਿਹਾ, ਹਾਥੀ ਦੇ ਉੱਤੇ ਬਹਿ ਜਾਂਦਾ, ਉਹਦੇ ਹੱਥ ਵਿੱਚ ਲੋਹੇ ਦੀ ਵੀ ਨਹੀਂ, ਕਈ ਵਾਰ ਵੈਸੇ ਲੋਹੇ ਦੀ ਛੋਟੀ ਜਿਹੀ ਰਾੜ ਹੁੰਦੀ ਹੈ, ਉਹਨੂੰ ਕਹਿੰਦੇ ਨੇ ਅੰਕਸ਼, ਕੁੰਡੀ ਜਿਹੀ। ਕਈ ਵਾਰ ਉਹ ਲੋਹੇ ਦੀ ਰਾੜ ਵੀ ਨਹੀਂ ਚੁੱਕਦਾ, ਛੋਟਾ ਜਿਹਾ ਡੰਡਾ ਹੀ ਲੈਂਦਾ ਹੈ ਹੱਥ 'ਚ ਤੇ ਉੱਤੇ ਬਹਿ ਜਾਂਦਾ ਹੈ। ਬੱਚਾ ਵੀ ਕਈ ਵਾਰ ਜਿਹੜਾ ਸਿੱਖਿਅਤ ਬੱਚਾ ਹੈ ਉਹ ਉੱਤੇ ਬੈਠ ਕੇ ਹਾਥੀ ਨੂੰ ਆਪਣੀ ਮਰਜ਼ੀ ਮੁਤਾਬਕ ਡਾਇਰੈਕਸ਼ਨ ਦਿੰਦਾ ਹੈ, ਉਹਨੂੰ ਆਪਣੀ ਮਰਜ਼ੀ ਮੁਤਾਬਕ ਹਦਾਇਤ ਵੀ ਦਿੰਦਾ ਹੈ, ਉਹਨੂੰ ਆਪਣੀ ਮਰਜ਼ੀ ਮੁਤਾਬਕ ਕੰਮੇ ਵੀ ਲਾਉਂਦਾ ਹੈ। ਵੇਖਣ ਵਾਲੇ ਨੇ ਆਖਿਆ ਇਹ ਮਾੜਾ ਜਿਹਾ ਬੰਦਾ ਇਹਦੇ ਉੱਤੇ ਕੀ ਹੁਕਮ ਚਲਾਏਗਾ?
ਹਾਥੀ ਨੇ ਜ਼ੋਰ ਮਾਰਿਆ ਤੇ ਇਸ ਨੂੰ ਪੈਰਾਂ ਥੱਲੇ ਲੈ ਕੇ ਕੁਚਲ ਸਕਦਾ, ਇਹਦੀ ਤਾਕਤ ਕੋਈ ਨਹੀਂ, ਇਹ ਤੋਂ ਜਾਨ ਵੀ ਨਹੀਂ ਬਚਾਈ ਜਾਣੀ। ਪਰ ਉਹਦੀਆਂ ਦੋਵੇਂ ਹੀ ਗੱਲਾਂ ਝੂਠੀਆਂ ਸਾਬਤ ਹੋਈਆਂ। ਕਮਾਲ ਇਹ ਸੀ ਵੀ ਨਾ ਤਾਂ ਉਹਨੇ ਉਹ ਕਿੱਲਾ ਪੁੱਟਿਆ, ਜ਼ੋਰ ਮਾਰ ਕੇ ਪੈਰ ਨੂੰ ਪਿਆ ਹੋਇਆ ਸੰਗਲ ਤੋੜਿਆ, ਤੇ ਨਾ ਹੀ ਉਹਨੇ ਸਿਰ ਦੇ ਉੱਤੇ ਬੈਠੇ ਹੋਏ ਮਾੜੇ ਜਿਹੇ ਬੰਦੇ ਨੂੰ ਪਟਕਾ ਕੇ ਜ਼ਮੀਨ ਤੇ ਸੁੱਟਿਆ ਵੀ ਤੂੰ ਕੌਣ ਹੁੰਦਾ ਹੈ, ਤੇਰੀ ਕੀ ਤਾਕਤ ਹੈ ਮੇਰੇ ਕੋਲੋਂ ਗੁਲਾਮੀ ਕਰਵਾਉਣ ਦੀ। ਦਰਅਸਲ ਉਹ ਗੁਲਾਮੀ ਦਾ ਭਾਵ ਉਹਦੇ ਅੰਦਰ ਧੱਸ ਚੁੱਕਿਆ ਸੀ। ਦਰਅਸਲ ਉਸ ਨੂੰ ਹੁਕਮ ਅਦੂਲੀ ਕਰਨ ਦੀ ਤੇ ਆਪਣੀ ਤਾਕਤ ਦਾ ਤਵਾਜ਼ਨ, ਦੋਵਾਂ ਚੀਜ਼ਾਂ ਦਾ ਬੈਲੈਂਸ ਕਰਨਾ ਜਾਂ ਦੋਵਾਂ ਚੀਜ਼ਾਂ ਨੂੰ ਕੰਪੇਅਰ ਕਰਨ ਦਾ ਉਹਦੇ ਅੰਦਰ ਮਾਦਾ ਹੀ ਨਹੀਂ ਰਿਹਾ। ਉਹਦੀ ਹਾਲਤ ਉਸ ਪੰਛੀ ਵਰਗੀ ਹੈ ਜਿਸ ਨੂੰ ਪਾਲਿਆ ਜਾਂਦਾ ਹੈ, ਉਹਨੂੰ ਤੁਸੀਂ ਅਸਮਾਨ 'ਚ ਛੱਡ ਦਿਓ, ਫਿਰ ਆ ਕੇ ਪਿੰਜਰੇ 'ਚ ਆਪਣੇ ਆਪ ਬੈਠ ਜਾਂਦਾ। ਇਹਨੂੰ ਜ਼ਿਹਨੀ ਗੁਲਾਮੀ, ਮਾਨਸਿਕ ਗੁਲਾਮੀ ਅਸੀਂ ਕਹਿੰਦੇ ਹਾਂ। ਜਦੋਂ ਤੁਹਾਡਾ ਅੰਤਰ ਆਤਮਾ ਕਿਸੇ ਚੀਜ਼ ਦੀ ਜਕੜ ਵਿੱਚ ਆ ਜਾਂਦਾ ਹੈ ਤਾਂ ਬਾਹਰ ਦੇ ਹਾਲਾਤ ਤੁਹਾਡੇ ਆਜ਼ਾਦ ਹੋਣ ਦੇ ਵੀ ਹੁਣ ਤੁਸੀਂ ਹੁੰਦੇ ਨਹੀਂ, ਕਿਉਂਕਿ ਤੁਸੀਂ ਅੰਦਰੋਂ ਉਹਨੂੰ ਕਬੂਲ ਕਰ ਲਿਆ, ਅੰਦਰੋਂ ਉਹਨੂੰ ਪ੍ਰਵਾਨ ਕਰ ਲਿਆ। ਜਿਨ੍ਹਾਂ ਮਹਾਨ ਪੁਰਖਾਂ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ, ਮਸਲਨ ਅਸੀਂ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਪੜ੍ਹਿਆ। ਭਗਤ ਉਹਨਾਂ ਨੂੰ ਇਸ ਕਰਕੇ ਨਹੀਂ ਕਿਹਾ ਜਾਂਦਾ ਵੀ ਉਹ ਰੱਬ ਨੂੰ ਮੰਨਦੇ ਸਨ, ਰੱਬ ਨੂੰ ਬੜੀ ਦੁਨੀਆ ਮੰਨਦੀ ਹੈ। ਭਗਤ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਵੀ ਉਹ ਅੱਖਾਂ ਮੀਟ ਕੇ ਰੱਬ ਨੂੰ ਨਹੀਂ ਸਨ ਮੰਨਦੇ। ਉਹ ਅੰਦਰੋਂ ਜਾਗੇ ਹੋਏ ਪੁਰਖ, ਸੁਚੇਤ, ਚੇਤਨ, ਪ੍ਰਕਾਸ਼ਮਾਨ ਸੁਰਤ ਵਾਲੇ। ਉਹ ਭਗਤ ਇਸ ਕਰਕੇ ਨੇ ਵੀ ਉਹਨਾਂ ਦੇ ਅੰਦਰ ਇੱਕ ਇਨਕਲਾਬ ਦਾ ਜਜ਼ਬਾ ਹੈ, ਤੇ ਇਹ ਇਨਕਲਾਬ ਉਹਨਾਂ ਉਧਾਰਾ ਨਹੀਂ ਲਿਆ ਵੀ ਇੱਧਰੋਂ ਗੱਲ ਸੁਣੀ ਉੱਧਰੋਂ ਸੁਣੀ ਤੇ ਚਲੋ ਆਪਾਂ ਵੀ ਮੈਨੂੰ ਪਤਾ ਲੱਗ ਗਿਆ ਆਹ ਗੱਲ ਗਲਤ ਹੈ ਆਹ ਸਹੀ ਹੈ। ਨਹੀਂ, ਇਹ ਉਹਨਾਂ ਦਾ ਕਮਾਇਆ ਹੋਇਆ ਤਜਰਬਾ ਹੈ, ਜੀਵਿਆ ਹੋਇਆ ਸੱਚ ਹੈ। ਤੋ ਭਗਤ ਰਵਿਦਾਸ ਸਾਹਿਬ ਜੀ ਦੇ ਸਾਹਮਣੇ ਇੱਕ ਬੜਾ ਅਹਿਮ ਮਸਲਾ ਰਿਹਾ, ਕਿਉਂਕਿ ਉਹ ਬਨਾਰਸ ਦੇ ਸਨ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਬਨਾਰਸ ਜਿਹੜੀ ਉਹ ਕਰਮ ਕਾਂਡਾਂ ਦੀ ਧਰਤੀ ਹੈ, ਨਗਰੀ ਹੈ। ਵਿਦਵਾਨ, ਧੁਰੰਤਰ, ਪੰਡਤ, ਵਕਤਾ, ਗਿਆਨੀ ਲੋਕ, ਵਿਦਵਾਨ ਲੋਕ, ਭਾਰਤੀ ਸ਼ਾਸਤਰਾਂ ਦੇ, ਧਰਮ ਗ੍ਰੰਥਾਂ ਦੇ ਵੈਲ ਐਜੂਕੇਟਡ ਲੋਕ, ਬੜੇ ਚਤੁਰ ਬੋਧ ਰੱਖਣ ਵਾਲੇ ਉੱਥੇ ਮੌਜੂਦ ਸਨ। ਮੁਕਤੀ ਦੀ ਨਗਰੀ ਕਿਹਾ ਜਾਂਦਾ ਹੈ ਜੀ ਬਨਾਰਸ ਨੂੰ, ਕਾਂਸ਼ੀ ਨੂੰ। ਗੰਗਾ ਗੁਜ਼ਰਦੀ ਉਹਦੇ ਨਾਲ ਖਹਿ ਕੇ, ਪਵਿੱਤਰ ਨਗਰੀ ਦਾ ਉਸ ਨੂੰ ਸਥਾਨ ਹਾਸਲ ਹੈ। ਭਾਰਤ ਦੀਆਂ 7 ਪਵਿੱਤਰ ਨਗਰੀਆਂ ਦੇ ਵਿੱਚੋਂ ਇੱਕ ਨਗਰੀ, ਉਹਨੂੰ ਸ਼ਿਵਪੁਰੀ ਵੀ ਕਹਿੰਦੇ ਨੇ। ਇਸੇ ਬਨਾਰਸ ਦੇ ਵਿੱਚ ਜਾਤ ਪਾਤ ਦਾ ਹੱਦੋਂ ਵੱਧ ਬੋਲਬਾਲਾ ਹੈ। ਕਿਸੇ ਨੀਵਾਂ, ਜਿਸ ਨੂੰ ਤਥਾ ਕਥਿਤ ਨੀਵਾਂ ਕਹਿੰਦੇ ਨੇ, ਗੁਰਮਤਿ ਵਿੱਚ ਤਾਂ ਕੋਈ ਉੱਚਾ ਨੀਵਾਂ ਨਹੀਂ, ਇੱਥੇ ਤਾਂ ਬੜਾ ਸਿੱਧਾ ਜਿਹਾ ਅਸੂਲ ਹੈ, ਖਸਮ ਵਿਸਾਰੈ ਤੇ ਕਮਜ਼ਾਤ। ਨੀਚ ਹੋਇਆ ਜਿਹਨੂੰ ਰੱਬ ਭੁੱਲਿਆ, ਸੱਚ ਭੁੱਲਿਆ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਸਤਿਗੁਰੂ ਕਹਿੰਦੇ ਇੱਥੇ ਜੋਤ ਪਛਾਣੋ, ਜਾਤਾਂ ਨਾ ਪੁੱਛੋ, ਜਾਤਾਂ ਨਾ ਪੁੱਛੋ, ਜੋਤ ਪਛਾਣੋ। ਜੋਤ ਦਾ ਮਤਲਬ ਹੈ ਹਰ ਇੱਕ ਨੂੰ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਸਮਝ ਕੇ ਉਸ ਨੂੰ ਆਪਣੇ ਵਰਗਾ ਮਨੁੱਖ ਜਾਣੋ, ਆਪਣੇ ਵਰਗਾ ਇਨਸਾਨ ਸਮਝੋ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਦਰਜ ਨੇ, ਪਰ ਉੱਥੇ ਹੁੰਦੇ ਮੈਂ ਦਸ਼ਾ ਬਿਆਨ ਕਰ ਰਿਹਾ। ਜਾਤ ਪਾਤੀ ਦਾ ਬੋਲਬਾਲਾ ਹੈ, ਵਰਣ ਭੇਦ ਹੈ, ਬਰਾਦਰੀਵਾਦ ਹੈ, ਬਹੁਤ ਕੁਝ। ਤੇ ਕਿਸੇ ਦੀ ਮਜਾਲ ਥੋੜਾ ਵੀ ਜਿਸ ਨੂੰ ਨੀਚ ਕਹਿ ਦਿੱਤਾ ਗਿਆ, ਜਿਸ ਦੀ ਜਾਤੀ ਨੂੰ ਪਛੜਾ ਕਹਿ ਦਿੱਤਾ ਗਿਆ, ਉਹ ਮੰਦਰ ਦੀ ਪੌੜੀ ਚੜ੍ਹ ਜਾਏ। ਇਵੇਂ ਕਿਵੇਂ ਚਲਾ ਜਾਏ ਅੰਦਰ? ਸ਼ਾਸਤਰੋਂ ਨੂੰ ਆਗਿਆ ਹੀ ਨਹੀਂ ਦਿੰਦੇ, ਸਿਮਰਤੀਆਂ ਨੂੰ ਆਗਿਆ ਨਹੀਂ ਦਿੰਦੀਆਂ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਫਿਰ ਕੀ ਹੁੰਦਾ ਹੈ ਵੀ ਮੰਨ ਲਵੋ, ਜਿਵੇਂ ਮੈਂ ਪਹਿਲਾਂ ਬਿਆਨ ਕੀਤਾ ਹੈ, ਜੇ ਕੋਈ ਉਸ ਨੀਵੇਂ ਗਰਦਾਨੇ ਗਏ, ਆਖੇ ਗਏ ਤਬਕੇ ਵਿੱਚੋਂ ਵੀ ਕੋਈ ਬੰਦਾ ਉੱਚਾ ਉੱਠਣ ਦੀ ਕੋਸ਼ਿਸ਼ ਕਰੇ ਨਾ, ਉਹਦਾ ਕੋਈ ਅਕਲ ਵੱਧ ਹੋਵੇ, ਸਿਆਣਪ ਵੱਧ ਹੋਵੇ, ਕਮਾਈ ਵੱਧ ਹੋਵੇ, ਧਰਮ ਕਰਮ ਵੱਧ ਹੋਵੇ, ਤੇ ਉਹਦੀ ਸਿਫਤ ਹੋਣ ਲੱਗ ਪਵੇ, ਤਾਂ ਉੱਚੇ ਲੋਕਾਂ ਕੋਲ ਬੜੇ ਬਹਾਨੇ ਹੁੰਦੇ ਨੇ ਉਹਨੂੰ ਦਬਾਉਣ ਦੇ। ਉਹ ਫਿਰ ਉਹਦੀ ਜਾਤ ਦਾ ਨਾਂ ਲੈ ਲੈ ਕੇ ਉਹਨੂੰ ਚੜਾਉਣਗੇ। ਇਹਨੂੰ ਅਸੀਂ ਕਹਿੰਦੇ ਮੈਨੂੰ ਅਹਿਸਾਸ ਕਰਾਉਣਾ। ਉਹਨੂੰ ਫਿਰ ਕਹਿਣਗੇ ਆਪਣੀ ਔਕਾਤ ਵਿੱਚ ਰਹਿ, ਤੂੰ ਇੰਨੇ ਜੋਗਾ ਨਹੀਂ,
ਤੂੰ ਸਾਨੂੰ ਧਰਮ ਪੜ੍ਹਾਏਂਗਾ ਜਿਨ੍ਹਾਂ ਨੂੰ ਅਸੀਂ ਮੰਦਰ ਦੀ ਪੌੜੀ ਨਹੀਂ ਚੜ੍ਹਨ ਦਿੰਦੇ। ਤੁਸੀਂ ਮਰੇ ਪਸ਼ੂ ਢੋਣ ਵਾਲੇ ਲੋਕ ਸਾਨੂੰ ਦੱਸੋਗੇ ਰੱਬ ਦੀਆਂ ਗੱਲਾਂ, ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਧਰਮ ਗ੍ਰੰਥ ਪੜ੍ਹੇ ਨੇ। ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਇਹਦਾ ਮਤਲਬ ਕੀ ਹੁੰਦਾ ਹੈ ਵੀ ਸਿਆਣਪ, ਅਕਲ, ਧਰਮ, ਸੱਚ, ਭਗਤੀ ਸਭ ਕੁਝ ਸਾਡਾ ਰਾਖਵਾਂ ਹੈ, ਤੁਹਾਡਾ ਇਹਦੇ ਵਿੱਚ ਕੋਈ ਹਿੱਸਾ ਨਹੀਂ। ਤੁਸੀਂ ਜੋ ਭਾਵੇਂ ਦੁੱਧ ਧੋਤੇ ਹੋ ਜਾਓ, ਕਹਿ ਲਵੋ ਵੀ ਬਹੁਤ ਉੱਚੇ ਜੀਵਨ ਦੇ ਹੋ ਜਾਓ, ਪਰ ਫਿਰ ਵੀ ਸਾਡੇ ਕੋਲ ਜਾਤ ਪਾਤ ਦਾ ਟੂਲ ਹੈ। ਅਸੀਂ ਤੁਹਾਨੂੰ ਨੀਵੀਂ ਜਗ੍ਹਾ ਦਾ ਅਹਿਸਾਸ ਕਰਾਉਂਦੇ ਹੀ ਰਹਿਣਾ ਹੈ ਹਰ ਪਲ ਹਰ ਪਲ। ਇਹਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਕੀਤਾ। ਉਹ ਕਹਿੰਦੇ ਲੋਕ ਹੱਸਦੇ ਨੇ, ਹੱਸੇਗਾ ਕੌਣ? ਜਿਹਨੂੰ ਕਬੀਰ ਸਾਹਿਬ ਨਾਲ ਖੇਜ ਹੈ, ਚਿੜ ਹੈ, ਜਿਹੜਾ ਕਬੀਰ ਸਾਹਿਬ ਦੇ ਵੱਡੇਪਨ ਤੋਂ ਤਰਹਿੰਦਾ ਹੈ, ਡਰਦਾ ਹੈ, ਉਹ ਕਹੇਗਾ ਵੀ ਲਓ ਜੀ ਹੁਣ ਖੱਡੀਆਂ ਬੁਣਨ ਵਾਲੇ ਵੀ ਸਾਨੂੰ ਰੱਬ ਦੀਆਂ ਗੱਲਾਂ ਦੱਸਿਆ ਕਰਨਗੇ। ਉਹ ਮਜ਼ਾਕ ਕਰਕੇ ਅਗਲੇ ਦਾ ਮਨੋਬਲ ਨੀਵਾਂ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਹੀ ਹੁੰਦਾ ਹੈ ਨਾ। ਤਾਂ ਉਹਨਾਂ ਨੇ ਉਹਨੂੰ ਕਾਊਂਟਰ ਕੀਤਾ। ਹੁਣ ਸਵਾਲ ਅਗਲਾ ਇਹ ਵੀ ਹੁੰਦਾ ਹੈ ਵੀ ਤੁਸੀਂ ਇਹੋ ਜਿਹੀ ਚੀਜ਼ ਨੂੰ ਕਾਊਂਟਰ ਕਿਵੇਂ ਕਰਦੇ ਹੋ, ਫੇਸ ਕਿਵੇਂ ਕਰਦੇ ਹੋ? ਇਹ ਬੜਾ ਵੱਡਾ ਅਰਥ ਰੱਖਦੀ ਹੈ ਗੱਲ ਵੀ ਅਗਲੇ ਨੇ ਤੇ ਆਪਣਾ ਤੀਰ ਚਲਾ ਦਿੱਤਾ ਹੈ, ਹੁਣ ਤੁਸੀਂ ਉਹਨੂੰ ਕਿਵੇਂ ਫੇਸ ਕਰਦੇ ਹੋ? ਭਗਤ ਸਾਹਿਬਾਨਾਂ ਦਾ ਬੜਾ ਅਨੋਖਾ ਢੰਗ ਹੈ ਉਸ ਚੀਜ਼ ਨੂੰ ਫੇਸ ਕਰਨ ਦਾ। ਉਹ ਨਾ ਤਾਂ ਗੁੱਸੇ 'ਚ ਆਉਂਦੇ ਨੇ, ਨਾ ਤੈਸ਼ ਵਿੱਚ ਆਉਂਦੇ ਨੇ, ਤੇ ਨਾ ਹੀ ਉਹ ਦੂਜਾ ਪੱਖ ਜਿਹੜਾ ਵੀ ਨਾ ਉਹ ਢੈਂਦੀ ਗਲਾ 'ਚ ਜਾਂਦੇ ਨੇ। ਬੰਦਾ ਦੋ ਤਰ੍ਹਾਂ ਹੀ ਰਿਐਕਟ ਕਰਦਾ ਹੈ। ਆਮ ਬੰਦਾ ਜਿਹੜਾ ਹੈ, ਅਸੀਂ ਜਿਹੜੇ ਆ ਉਹ ਮੰਨ ਲਓ ਸਾਨੂੰ ਕੋਈ ਆ ਕੇ ਤੂੰ ਤਾਂ ਨੀਵਾਂ, ਤੇ ਪਹਿਲਾਂ ਤਾਂ ਅਸੀਂ ਰਿਐਕਟ ਕਰਾਂਗੇ ਜਾਂ ਤਾਂ ਜੇ ਤਾਕਤ ਹੋਈ ਤਾਂ ਗੁੱਸੇ 'ਚ ਆਵਾਂਗੇ ਕਿ ਤੂੰ ਹੁੰਦਾ ਕੌਣ ਹੈ। ਤੇ ਜੇ ਸਾਨੂੰ ਪਤਾ ਲੱਗਿਆ ਵੀ ਅਸੀਂ ਇੰਨੇ ਜੋਗੇ ਨਹੀਂ ਵੀ ਇਹਦੇ ਨਾਲ ਅੜੀਏ, ਫਿਰ ਸਾਡੇ ਕੋਲ ਦੂਜਾ ਜਿਹੜਾ ਰਸਤਾ ਹੁੰਦਾ ਉਹ ਹੁੰਦਾ ਵੀ ਅਸੀਂ ਅੰਦਰੇ ਅੰਦਰ ਝੁਰਦੇ ਰਹਿੰਦੇ, ਦੁਖੀ ਹੋ ਜਾਂਦੇ ਹਾਂ, ਡਿਪਰੈਸ ਹੋ ਜਾਂਦੇ ਹਾਂ, ਢੈਂਦੀ ਕਲਾ ਚਲੇ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ ਵੀ ਸਾਨੂੰ ਤਾਂ ਰੱਬ ਨੇ ਬਣਾਇਆ ਹੀ ਐਵੇਂ ਹੈ, ਅਸੀਂ ਕੀ ਕਰੀਏ, ਸਾਡੀ ਤਾਂ ਕੋਈ ਤਾਕਤ ਹੀ ਨਹੀਂ। ਇਹ ਦੋਵੇਂ ਮਰਨ ਦੇ ਰਾਹ ਨੇ, ਵਕਤੀ ਕ੍ਰੋਧ ਤੇ ਆਪਣੇ ਅੰਦਰ ਹੀਣ ਭਾਵਨਾ ਪੈਦਾ ਕਰ ਲੈਣੀ। ਇਹ ਦੋਵੇਂ ਆਪਣੇ ਆਪ ਨੂੰ ਕੋਹ ਲੈਣ ਦੇ ਰਸਤੇ ਨੇ। ਇੱਕ ਪੱਥਰ 'ਚ ਸਿਰ ਮਾਰ ਕੇ ਮਰਨ ਵਾਲਾ ਰਸਤਾ ਹੈ ਤੇ ਦੂਜਾ ਖੂਹ 'ਚ ਛਾਲ ਮਾਰ ਕੇ ਮਰਨ ਵਾਲਾ ਰਸਤਾ ਹੈ। ਭਗਤ ਸਾਹਿਬਾਨ ਨੇ ਦੋਵਾਂ ਤਰ੍ਹਾਂ ਨਾਲ ਹੀ ਰਿਐਕਟ ਨਹੀਂ ਕੀਤਾ, ਉਹਨਾਂ ਨੂੰ ਫੇਸ ਕੀਤਾ ਔਰ ਬੜੇ ਬਾਕਮਾਲ ਢੰਗ ਨਾਲ। ਕਬੀਰ ਸਾਹਿਬ ਤੁਹਾਨੂੰ ਇਸ ਸ਼ਲੋਕ ਵਿੱਚ ਕਹਿ ਦਿੰਦੇ ਨੇ, ਜਿਹਦਾ ਭੇਤ ਸਮਝੀ। ਉਹ ਕਹਿੰਦੇ ਨੇ, ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਉਹ ਕਹਿੰਦੇ ਨੇ ਮੇਰੀ ਜਾਤ ਦਾ ਨਾਂ ਲੈ ਕੇ ਹੱਸ ਦਿਓ, ਮੈਂ ਸਦਕੇ ਜਾਨਾ, ਕੁਰਬਾਨ ਜਾਨਾ ਇਸ ਜਾਤ ਦਾ ਜਿੱਥੇ ਮੈਂ ਪੈਦਾ ਹੋਇਆ। ਮੈਨੂੰ ਖੱਡੀ ਚਲਾਉਣ ਵਾਲਿਆਂ ਦੇ ਘਰ ਪੈਦਾ ਹੋਣ ਦੇ ਉੱਤੇ ਕੋਈ ਰੰਜ ਥੋੜ੍ਹੀ ਹੈ। ਜਿਵੇਂ ਤੁਹਾਨੂੰ ਆਪਣੇ ਮਾਂ-ਬਾਪ 'ਤੇ ਮਾਣ ਹੈ, ਆਪਣੇ ਪਰਿਵਾਰ ਤੇ ਖਾਨਦਾਨ 'ਤੇ ਮਾਣ, ਮੈਨੂੰ ਵੀ ਮਾਣ ਹੈ, ਫਿਰ ਕੀ ਹੋਇਆ? ਪਰ ਮੇਰੇ ਕੋਲ ਇੱਕ ਪਲੱਸ ਪੁਆਇੰਟ ਹੈ ਤੁਹਾਡੇ ਨਾਲੋਂ ਵੱਧ। ਤੁਸੀਂ ਪੰਡਤਾਂ ਦੇ ਘਰੇ ਉੱਚੀਆਂ ਕੁੱਲਾਂ 'ਚ ਪੈਦਾ ਹੋ ਕੇ, ਜਿਨ੍ਹਾਂ ਨੂੰ ਧਰਮ ਗ੍ਰੰਥ ਵੀ ਉੱਚੇ ਕਹਿੰਦੇ ਨੇ, ਤੁਹਾਨੂੰ ਰੱਬ ਭੁੱਲਿਆ ਪਿਆ ਹੈ। ਮੈਂ ਖੱਡੀ ਚਲਾਉਣ ਵਾਲਿਆਂ ਦੇ ਘਰੇ ਪੈਦਾ ਹੋ ਕੇ ਵੀ ਜਪਿਓ ਸਿਰਜਣਹਾਰ। ਜਿਹੜੀ ਚੀਜ਼ ਦਾ ਤੁਸੀਂ ਦਾਅਵਾ ਕਰਦੇ ਹੋ ਤੁਹਾਡੇ ਕੋਲ ਨਹੀਂ, ਜਿਹੜੀ ਚੀਜ਼ ਦਾ ਤੁਸੀਂ ਮੇਰੇ ਕੋਲੋਂ ਦਾਅਵਾ ਖੋਹਦੇ ਹੋ ਮੈਂ ਕਮਾਈ ਹੋਈ ਹੈ, ਕਿੰਨਾ ਫਰਕ ਹੈ। ਕਥਨ ਬਹੁਤ ਨੇ ਬਾਣੀ ਵਿੱਚ। ਭਗਤ ਰਵਿਦਾਸ ਜੀ ਨੇ ਇਸ ਨੂੰ ਕਿਵੇਂ ਫੇਸ ਕੀਤਾ ਹੈ, ਇਸ ਸ਼ਬਦ ਵਿੱਚ ਦੱਸਿਆ ਗਿਆ। ਉਹਨਾਂ ਨੇ ਇਸ ਸ਼ਬਦ ਦੇ ਆਰੰਭ ਵਿੱਚ ਇੱਕ ਸ਼ਬਦ ਵਰਤਿਆ, ਚਮਰਟਾ, ਗਰੀਬ ਜਿਹਾ ਚਮਿਆਰ। ਚਮਿਆਰ ਕਿਹਨੂੰ ਕਿਹਾ ਜਾਂਦਾ? ਚਮੜੇ ਨਾਲ ਜੁੜਿਆ ਹੋਇਆ ਬੰਦਾ, ਚਮੜੇ ਦੀ ਕਿਰਤ ਕਰਨ ਵਾਲਾ ਬੰਦਾ। ਪਰ ਇੱਥੇ ਉਹਨਾਂ ਨੇ ਆਪਣੇ ਆਪ ਨੂੰ ਇਹ ਨਹੀਂ ਕਿਹਾ। ਉਹ ਕਹਿੰਦੇ ਨੇ ਜਿੰਨੇ ਮਨੁੱਖ ਨੇ ਸੰਸਾਰ ਦੇ, ਸਾਰਿਆਂ ਦੀ ਬੋਡੀ, ਸਰੀਰ ਚਮੜੇ ਦਾ ਹੀ ਹੈ ਨਾ। ਅਸੀਂ ਸਾਰੇ ਚਮੜੇ ਦੇ ਹੀ ਹਾਂ, ਕੋਈ ਲੋਹੇ ਦੇ ਪੱਥਰ ਦੇ ਤਾਂ ਨਹੀਂ ਬਣੇ ਹੋਏ। ਇਹ ਥੋੜ੍ਹਾ ਵੀ ਇੱਕ ਨਸਲ ਦਾ ਬੰਦਾ, ਇੱਕ ਜਾਤ, ਇੱਕ ਬਰਾਦਰੀ ਦਾ ਬੰਦਾ ਚਮੜੇ ਦਾ ਤੇ ਦੂਜਾ ਪੱਥਰ ਦਾ, ਤੀਜਾ ਕਿਸੇ ਹੋਰ ਧਾਤੂ ਦਾ, ਐਸਾ ਤੇ ਨਹੀਂ ਹੈ ਨਾ। ਸਾਰੇ ਚਮੜੇ ਦੇ ਹੀ ਹਾਂ ਅਸੀਂ। ਹੁਣ ਤੁਸੀਂ ਦੱਸੋ ਵੀ ਜੇ ਚਮੜੇ ਦਾ ਮਨੁੱਖ ਚਮੜੇ ਦੀ ਕਿਰਤ ਕਰਨ ਲੱਗ ਪਵੇ, ਉਹ ਚਮਿਆਰ ਹੈ। ਇੱਕ ਚਮੜੇ ਦਾ ਬਣਿਆ ਹੋਇਆ ਮਨੁੱਖ ਧਰਮ ਗ੍ਰੰਥ ਪੜ੍ਹਨ ਲਵੇ ਤੇ ਉੱਚਾ ਹੈ। ਇਹ ਕਿਹੋ ਜਿਹੀ ਵੰਡ ਵਿਹਾਰ ਹੋਇਆ?
पर इत्थे उन्होंने शब्द वरत्या, कहण लगे मैनू तुसी इस करके नीच आखदे हो भी मैं चमड़े दीयां जुत्तियां गंढदा, होर काम करदा चमड़े आदਿਕ ਦਾ, पर तुसी जे इस शरीर दे चमड़े नूं पालण लई झूठ बोलो तो जायज़ है। तुसी चम्यार क्यों नहीं मन्ने जाते? शब्द उन्हें वरते चमरट्टा गांठ ना जनई। मैं गरीब जिहा चमड़े की किरत करन वाला मनुख आ शरीर रूपी चमड़े नूं, शरीर रूपी जुत्ती नूं गंढना नहीं जानदा। ना तो इस शरीर नूं पालण लई मैं झूठ बोलदा, ना किसी का हक मारदा। पर अक्सर मैं रोज़ वेखदा, भगत जी आखदे मैं रोज़ वेखदा लोग किडे किडे फ्राड, झूठ, बेईमानियां, कतल किन्ना कुछ करते हैं। काहदे लई? शरीर नूं पाल, ऐस चमड़े नूं पालण लई, जिहदा पता है भी इन्हें रहना नहीं। लोग गठावें पर नहीं, लोग तो रोज़ गांढे लाउंदे ने शरीर की जुत्ती नूं, रोज़ इस शरीर नूं पालण लई की हरकतां नहीं करते। वो भी करते हैं जो अणउचित, करना ही नहीं चाहिए। अगे कहते हैं आर नहीं जे तो पाऊँ। एक चमड़े की किरत करने वाले सज्जन कोल कुछ संद, कुछ चीज़ां होंदी, कोई टूल होंदे ना, आर जिहदे उत्ते चमड़ा रख के कटदा है रंबी दे नाल, सींदा है। फिर वो कहते हैं मेरे कोल आर नहीं। आर का मतलब की है? मोह। मैं इस शरीर नाल इहो जिहा मोह नहीं पाया। मैं शरीर नूं संभालदा, हर एक दा हक है। पशु भी सांभदा अपने शरीर बारे, वो भी चिंतित हुंदा है, उन्होंने खतरा होवे तो भज जांदा है, वो भी पालदा है शरीर। पर मोह का इत्थे अर्थ की है भी केवल अपने शरीर बारे ही सोचना, केवल यही सोचना भी दुनिया च मैं ही हाँ, बाकियां च किहड़ी जान है, बाकियां च किहड़ी जिंद है, मैनू ही भुख लगती, बाकी दुनिया नूं किहड़ी भुख लगती है। उन्होंने कहते हैं केवल जिहड़ा लिमिटेड सोच का बंदा है, जिन्हों अपने हित तो चंगे लगते हैं दूजे दे नहीं, वो मोह च ग्रसिया। आर नहीं जे तोपों भी मैनू तोपे भरा नहीं, रंबी ठाऊं रंबी नाल चमड़ा कट्टिया जाता है पच लाउण वास्ते। मेरे को लोहे की रंबी नहीं, भाव लोभ रूपी रंबी नाल मैं इसनूं पच नहीं लाउंदा, लालच वस हो के मैं पराए हक नहीं मारदा। फिर कहते ने लोग गंठ गंठ खरा बिगूचा। लोग इस शरीर के चमड़े नूं गंढण लई थां थां ते किन्ना भटकदे ने, खुआर हुंदे ने, जलील हुंदे ने। हों बिन गांठे जाए पहुँचा। पर मैं बिना गांढे लाए तो, बिना जोड़ तोड़ कीते तो, बिना झूठ बेईमानियां शैतानियां साजिशां प्रापो गंढे कीते तो परमेश्वर के दर ते सुरखरू हाँ। रविदास जपै राम नामा मोहे जम स्यों नाही कामा। रविदास केवल सर्वव्यापक परमेश्वर का नाम जपदा, इसलिए आत्मक मौत विषय विकार नाल मेरा कोई वाह वास्ता नहीं। मैं इन्हां तो मुक्त हाँ, तुसीं इहदे भै थल्लिओं, इहदे प्रभाव थल्ले। साहिब सतगुरु किरपा करन, ये पावन उपदेश साडे सबनां दे जीवन का आधार बने। सतगुरु होइयां भुल्लां चुकां दी खिमा बख्शण। अदब सहित फतेह सांझी करो। वाहिगुरू जी का खालसा, वाहिगुरू जी की फतेह।